Hello students. In this lecture we discuss chapter number 7 demographic feature of Indian population. ਹੁਣ ਅਸੀਂ ਚੈਪਟਰ 7 ਦੇ ਨੈਕਸਟ ਟੌਪਿਕ ਨੂੰ ਡਿਸਕਸ ਕਰਾਂਗੇ. ਨੈਕਸਟ ਇਜ਼ ਰੂਰਲ ਅਰਬਨ ਪੋਪੂਲੇਸ਼ਨ. ਇੰਡੀਆ ਇੱਕ ਐਗਰੀਕਲਚਰਲ ਕੰਟਰੀ ਆ, ਇਸ ਲਈ ਇੰਡੀਆ ਦੇ ਵਿੱਚ ਜਿਹੜੀ ਜ਼ਿਆਦਾਤਰ ਪੋਪੂਲੇਸ਼ਨ ਆ ਉਹ ਰੂਰਲ ਏਰੀਆ ਦੇ ਵਿੱਚ ਰਹਿੰਦੀ ਆ. ਅਰਬਨ ਪੋਪੂਲੇਸ਼ਨ ਘੱਟ ਆ. According to 2011 ਸੈਂਸਸ ਅਬਾਊਟ 31.2% ਆਫ ਜਿਹੜੀ ਪੋਪੂਲੇਸ਼ਨ ਆ ਉਹ ਅਰਬਨ ਏਰੀਆ ਦੇ ਵਿੱਚ ਰਹਿੰਦੀ ਆ, ਜਦ ਕਿ ਜਿਹੜੀ ਰੈਸਟ ਆਫ ਦੀ ਪੋਪੂਲੇਸ਼ਨ 68.8% ਜਿਹੜੀ ਪੋਪੂਲੇਸ਼ਨ ਆ ਉਹ ਕੀ ਰੂਰਲ ਏਰੀਆ ਦੇ ਵਿੱਚ ਰਹਿੰਦੀ ਆ. ਇਸ ਤੋਂ ਕੀ ਪਤਾ ਲੱਗਦਾ ਹੈ ਕਿ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਜ਼ਿਆਦਾਤਰ ਪੋਪੂਲੇਸ਼ਨ ਆ ਉਹ ਜਿਹੜੀ ਆ ਫਾਰਮ ਐਕਟੀਵਿਟੀਜ਼ ਦੇ ਜਾਂ ਐਗਰੀਕਲਚਰ ਸੈਕਟਰ ਦੇ ਵਿੱਚ ਅੰਗੇਜਡ ਆ. ਇਸ ਟੇਬਲ ਤੋਂ ਸ਼ੋ ਕੀ ਹੁੰਦਾ ਕਿ 110 ਈਅਰਸ ਦੇ ਵਿੱਚ ਜਿਹੜੀ 110 ਈਅਰਸ ਦੇ ਵਿੱਚ ਜਿਹੜੀ ਅਰਬਨ ਪੋਪੂਲੇਸ਼ਨ ਆ ਉਹ ਕੀ ਇਨਕਰੀਜ਼ ਹੋਈ ਆ. ਜਸਟ ਪਹਿਲਾਂ 1901 ਦੇ ਵਿੱਚ 10.8% ਸੀ ਐਂਡ 2011 ਦੇ ਵਿੱਚ ਕਿੰਨੀ ਹੋਈ, ਜਸਟ 31.2%. ਇਸ ਤੋਂ ਇਹ ਸ਼ੋ ਹੋ ਰਿਹਾ ਕਿ ਇੰਡੀਆ ਦੇ ਵਿੱਚ ਜਿਹੜੀ ਪਰਸੈਂਟੇਜ ਆਫ ਪੀਪਲ ਲਿਵਿੰਗ ਇਨ ਅਰਬਨ ਏਰੀਆ ਉਹ ਇਨਕਰੀਜ਼ ਤਾਂ ਹੋਇਆ ਆ, ਬਟ ਜਿਹੜੀ ਪ੍ਰੋਗਰੈਸ ਹੋਈ ਇਸ ਡਾਇਰੈਕਸ਼ਨ ਦੇ ਵਿੱਚ ਉਹ ਬਹੁਤ ਹੀ ਸਲੋ ਹੋਈ ਆ ਐਜ਼ ਕੰਪੇਅਰ ਟੂ ਡਿਵੈਲਪਡ ਕੰਟਰੀ. ਜਿਹੜੀ ਨੰਬਰ ਆਫ ਸਿਟੀਜ਼ ਦਾ ਉਹਨਾਂ ਦੇ ਵਿੱਚ ਜਿਹੜੀ ਪੋਪੂਲੇਸ਼ਨ ਰਹਿੰਦੀ ਆ ਉਹ ਕੀ ਬਹੁਤ ਜ਼ਿਆਦਾ ਹਾਈ ਆ. ਇੰਡੀਆ ਵਿੱਚ ਜਸਟ 31.2% ਪੋਪੂਲੇਸ਼ਨ ਅਰਬਨ ਏਰੀਆ ਦੇ ਵਿੱਚ ਰਹਿੰਦੀ ਆ, ਜਦ ਕਿ UK ਦੇ ਵਿੱਚ 83% ਐਂਡ USA ਵਿੱਚ 74% ਐਂਡ ਜਾਪਾਨ ਦੇ ਵਿੱਚ 94% ਐਂਡ ਸਾਊਥ ਕੋਰੀਆ ਦੇ ਵਿੱਚ 83% ਆਫ ਪੋਪੂਲੇਸ਼ਨ ਅਰਬਨ ਏਰੀਆ ਦੇ ਵਿੱਚ ਰਹਿੰਦੀ ਆ. ਨੈਕਸਟ ਇਜ਼ ਏਜ ਸਟਰਕਚਰ ਔਰ ਏਜ ਕੰਪੋਜੀਸ਼ਨ. Age structure of the population of a country indicates the extent to which the population of that country is useful from the economic point of view. ਇੰਡੀਆ ਦੇ ਵਿੱਚ ਜਿਹੜੀ 15 ਜਿਹੜੀ ਪੋਪੂਲੇਸ਼ਨ ਹੁੰਦੀ ਆ 15 ਐਂਡ 59 ਈਅਰਸ ਦੇ ਵਿੱਚ ਉਹਨੂੰ ਅਸੀਂ ਵਰਕਿੰਗ ਪੋਪੂਲੇਸ਼ਨ ਕਿਹਾ ਜਾਂਦਾ ਹੈ. ਐਂਡ ਪੋਪੂਲੇਸ਼ਨ ਜਿਹੜੀ ਏਜ ਗਰੁੱਪ ਹੁੰਦੀ ਹੈ 0 to 14 ਈਅਰ ਐਂਡ 60 ਐਂਡ 60 ਤੋਂ ਜ਼ਿਆਦਾ ਉਸ ਪੋਪੂਲੇਸ਼ਨ ਨੂੰ ਅਸੀਂ ਕਹਿੰਦੇ ਹਾਂ ਨੋਨ ਵਰਕਿੰਗ ਐਂਡ ਡਿਪੈਂਡੈਂਟ ਪੋਪੂਲੇਸ਼ਨ. ਜਿਸ ਕੰਟਰੀ ਦੇ ਵਿੱਚ ਵਰਕਿੰਗ ਪੋਪੂਲੇਸ਼ਨ ਦਾ ਪ੍ਰਪੋਰਸ਼ਨ ਜ਼ਿਆਦਾ ਹੁੰਦਾ ਆ ਉਹ ਕੀ ਹੁੰਦੀ ਆ, ਉਹ ਬੈਨੀਫਿਸ਼ੀਅਲ ਹੁੰਦੀ ਆ ਇਕਨੋਮਿਕ ਡਿਵੈਲਪਮੈਂਟ ਦੇ ਲਈ ਉਸ ਨੇਸ਼ਨ ਦੇ. ਇੰਡੀਆ ਦੇ ਵਿੱਚ ਜਿਹੜੀ 0 to 14 ਈਅਰ ਏਜ ਗਰੁੱਪ ਆ ਉਹਦੇ ਵਿੱਚ ਜਿਹੜਾ ਪੋਪੂਲੇਸ਼ਨ ਆ ਉਹ ਸਟਿਲ ਹਜੇ ਤੱਕ ਵੀ ਹਾਈ ਆ. ਐਂਡ ਇਨ ਇੰਡੀਆ ਪਰਸੈਂਟੇਜ ਆਫ ਪੋਪੂਲੇਸ਼ਨ ਇਨ ਦੀ ਏਜ ਗਰੁੱਪ ਆਫ 60 ਐਂਡ ਅਬਵ 60 ਈਅਰ ਇਜ਼ ਇਨਕਰੀਜ਼ਿੰਗ. ਉਹ ਵੀ ਜ਼ਿਆਦਾ ਵੱਧਦੀ ਜਾ ਰਹੀ ਹੈ 60 ਅਤੇ 60 ਤੋਂ ਜ਼ਿਆਦਾ ਈਅਰਸ ਦੇ ਵਾਲੇ ਪਰਸਨਸ ਦੀ ਜਾਂ ਪੋਪੂਲੇਸ਼ਨ ਦੀ. ਇਸ ਤੋਂ ਕੀ ਸ਼ੋ ਹੁੰਦਾ ਕਿ ਹਾਇਰ ਲਾਈਫ ਐਕਸਪੈਕਟੈਂਸੀ ਜ਼ਿਆਦਾ ਆ, ਬੈਟਰ ਹੈਲਥ ਫੈਸਿਲਿਟੀਜ਼ ਹੈ ਐਂਡ ਰਿਡਕਸ਼ਨ ਇਨ ਡੈਥ ਰੇਟ ਇਨ ਦਾ ਇਕੋਨਮੀ, ਜਿਸ ਦੇ ਕਾਰਨ ਜਿਹੜੀ ਏਜ ਗਰੁੱਪ ਆਫ 60 ਅਤੇ ਉਸ ਤੋਂ ਜ਼ਿਆਦਾ ਪੋਪੂਲੇਸ਼ਨ ਇਨਕਰੀਜ਼ ਕਰਦੀ ਜਾ ਰਹੀ ਆ. ਟੇਬਲ 7 ਦੇ ਵਿੱਚ ਏਜ ਸਟਰਕਚਰ ਗਿਵਨ ਹੈ ਇਨ ਪਰਸੈਂਟੇਜ ਦੇ ਵਿੱਚ ਕਿ ਡਿਫਰੈਂਟ ਈਅਰਸ ਦੇ ਵਿੱਚ 0 to 14 ਈਅਰ ਦੇ ਵਿੱਚ ਕਿੰਨੇ ਪਰਸਨ ਸੀ ਪੋਪੂਲੇਸ਼ਨ ਸੀ, 15 to 59 ਈਅਰਸ ਦੇ ਵਿੱਚ ਐਂਡ 60 ਅਤੇ 60 ਤੋਂ ਜ਼ਿਆਦਾ 60 ਐਂਡ 60 ਈਅਰਸ ਤੋਂ ਅਬਵ ਦੇ ਵਿੱਚ ਕਿੰਨੀ ਪੋਪੂਲੇਸ਼ਨ ਦੀ ਪਰਸੈਂਟੇਜ ਸੀਗੀ. ਨੈਕਸਟ ਇਜ਼ population in the age group of 0 to 6 year. In the census of 2011 percentage of population in the age group of 0 to 6 year was 13.1. that means 0 to 6 year ਦੇ ਵਿੱਚ ਜਿਹੜੀ population ਕਿੰਨੀ ਸੀ ਉਹ ਕੀ ਸੀ 13.1 ਸੀ. ਇੰਡੀਆ ਦੇ ਵਿੱਚ 1991 ਦੇ ਵਿੱਚ 0 to 6 ਈਅਰ ਦੇ ਵਿੱਚ ਜਿਹੜੀ ਪੋਪੂਲੇਸ਼ਨ ਸੀ ਉਹ ਸੀ 18%. 2011 ਦੇ ਵਿੱਚ ਉਹ ਘੱਟ ਕੇ ਕਿੰਨੀ ਹੋ ਗਈ 13.1%, ਜਿਸ ਤੋਂ ਕੀ ਸ਼ੋ ਹੁੰਦਾ ਕਿ ਇੰਡੀਆ ਦੇ ਵਿੱਚ ਜਿਹੜੀ ਚਾਈਲਡ ਪੋਪੂਲੇਸ਼ਨ ਸੀ ਉਹ 0 to 6 ਈਅਰ ਦੇ ਵਿੱਚ ਉਹ ਘੱਟ ਗਈ ਸੀ. ਠੀਕ ਆ, ਜੋ ਕਿ ਉਹ ਕੀ ਇੱਕ ਪੋਜ਼ੀਟਿਵ ਸਾਈਨ ਸੀ. ਦੈਟ ਮੀਨਸ ਕਿ ਬਰਥ ਰੇਟ ਡਿਕਲਾਈਨ ਹੋ ਰਿਹਾ ਸੀ, ਜਿਸ ਕਾਰਨ ਗਰੋਥ ਰੇਟ ਆਫ ਪੋਪੂਲੇਸ਼ਨ ਵੀ ਹੌਲੀ ਹੌਲੀ ਘੱਟ ਰਹੀ ਸੀ. Next is expectations of life and life expectancy. Expectations of life refers to the average life of the people of a country. In India, expectation of life of the people is very short.
ਐਕਸਪੈਕਟੈਂਸੀ ਆਫ ਲਾਈਫ ਕੀ ਹੁੰਦਾ ਹੈ ਕਿ ਲੋਕਾਂ ਦੀ ਐਵਰੇਜ ਲਾਈਫ ਕਿੰਨੀ ਆ। ਠੀਕ ਹੈ, ਇੰਡੀਆ ਦੇ ਵਿੱਚ ਜਿਹੜੀ ਐਕਸਪੈਕਟੇਸ਼ਨ ਆਫ ਲਾਈਫ ਸੀ ਉਹ ਬਹੁਤ ਹੀ ਸ਼ਾਰਟ ਸੀ। ਇਟ ਹੈਜ਼ ਇੰਪਰੂਵਡ ਐਜ਼ ਅ ਰਿਜ਼ਲਟ ਆਫ ਪਲੈਨਡ ਐਫਰਟਸ, ਮਤਲਬ ਕਿ ਬਾਅਦ ਵਿੱਚ ਬਹੁਤ ਸਾਰੇ ਪਲੈਨਡ ਐਫਰਟਸ ਕੀਤੇ ਗਏ ਜਿਸ ਨਾਲ ਜਿਹੜੀ ਲਾਈਫ ਐਕਸਪੈਕਟੈਂਸੀ ਦੇ ਵਿੱਚ ਇੰਪਰੂਵਮੈਂਟ ਆਈ। ਐਵਰੇਜ ਲਾਈਫ ਐਕਸਪੈਕਟੈਂਸੀ ਇਨ ਇੰਡੀਆ ਇਜ਼ ਸ਼ੋਨ ਇਨ ਟੇਬਲ 8 ਦੇ ਵਿੱਚ, ਟੇਬਲ 8 ਦੇ ਵਿੱਚ ਐਕਸਪੈਕਟੈਂਸੀ ਆਫ ਲਾਈਫ ਗਿਵਨ ਆ। 1951 ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀ ਐਕਸਪੈਕਟੇਂਸੀ ਆਫ ਲਾਈਫ ਸੀ ਉਹ 13.0 ਸੀ, ਦੈਟ ਮੀਨ 13 ਈਅਰ ਸੀਗੀ। 1961 ਦੇ ਵਿੱਚ ਇਨਕਰੀਜ਼ ਹੋ ਕੇ 41 ਹੋ ਗਈ। 1971 ਦੇ ਵਿੱਚ ਇਨਕਰੀਜ਼ ਹੋ ਗਈ 52 ਹੋ ਗਈ। 98 ਵਿੱਚ 54, 1991 ਵਿੱਚ 59 ਐਂਡ 2001 ਵਿੱਚ 64 ਐਂਡ 2011 ਵਿੱਚ 66.1 ਈਅਰਸ ਐਂਡ 2017 ਵਿੱਚ ਇਨਕਰੀਜ਼ ਹੋ ਕੇ 69 ਹੋ ਗਈ। ਦੈਟ ਮੀਨਸ ਕਿ ਹੈਲਥ ਫੈਸਿਲਿਟੀਜ਼ ਜ਼ਿਆਦਾ ਹੋਣ ਕਾਰਨ, ਜਿਸ ਕਾਰਨ ਜਿਹੜੀ ਲੋਕਾਂ ਦੀ ਹੌਸਪੀਟਲਸ ਐਂਡ ਡਾਕਟਰਸ ਜ਼ਿਆਦਾ ਡਿਵੈਲਪ ਹੋਣ ਦੇ ਕਾਰਨ, ਉਹਨਾਂ ਦੀ ਜਿਹੜਾ ਨੰਬਰਸ ਇਨਕਰੀਜ਼ ਹੋਣ ਦੇ ਕਾਰਨ ਜਿਹੜੀ ਲੋਕਾਂ ਦੀ ਐਕਸਪੈਕਟੈਂਸੀ ਆਫ ਲਾਈਫ ਸੀ ਉਹ ਇਨਕਰੀਜ਼ ਹੋ ਗਈ। ਐਵਰੇਜ ਐਕਸਪੈਕਟੈਂਸੀ ਤੇ ਇਨਕਰੀਜ਼ ਹੋਣ ਦੇ ਨਾਲ ਜਿਹੜੀ ਲੋਕਾਂ ਦੀ ਪ੍ਰੋਡਕਸ਼ਨ ਆਫ ਵੈਲਥ ਦੇ ਵਿੱਚ ਵੀ ਕੰਟਰੀਬਿਊਟ ਜ਼ਿਆਦਾ ਹੋ ਜਾਂਦੀ ਆ। ਕਰੰਟਲੀ ਜਿਹੜੀ ਇੰਡੀਆ ਦੇ ਵਿੱਚ ਐਕਸਪੈਕਟੇਸ਼ਨ ਆਫ ਲਾਈਫ ਕਿੰਨੀ ਹੈ, 69 ਈਅਰਸ ਹੈ ਐਸਟੀਮੇਟਡ ਇੰਨੀ, ਬਟ ਅਦਰ ਕੰਟਰੀਜ਼ ਦੇ ਵਿੱਚ ਲਾਈਕ ਇਹ ਜ਼ਿਆਦਾ ਆ। ਫੋਰ ਐਗਜ਼ਾਮਪਲ ਆਸਟ੍ਰੇਲੀਆ ਦੇ ਵਿੱਚ ਐਕਸਪੈਕਟੈਂਸੀ ਆਫ ਲਾਈਫ 82 ਈਅਰਸ ਆ, ਜਾਪਾਨ ਵਿੱਚ 84 ਈਅਰਸ, ਇੰਗਲੈਂਡ ਵਿੱਚ 81 ਈਅਰਸ ਆ, ਅਮੈਰੀਕਾ ਵਿੱਚ 79 and in China 76, in Sri Lanka 75 years, in Sweden 82 years and in Canada 82 years of expectancy of life ਹੈ। ਜਿਹੜੀ ਗਲੋਬਲ ਐਵਰੇਜ ਆਫ ਲਾਈਫ ਐਕਸਪੈਕਟੈਂਸੀ ਆ ਉਹ 2017 ਦੇ ਵਿੱਚ ਕਿੰਨੀ ਸੀ, 72 ਈਅਰਸ। ਨੈਕਸਟ ਇਜ਼ ਸੈਕਸ ਰੇਸ਼ੋ। ਸੈਕਸ ਰੇਸ਼ੋ ਮੀਨਸ ਐਵਰੇਜ ਨੰਬਰ ਆਫ ਫੀਮੇਲਸ ਪਰ 1000 ਮੇਲਸ, ਮਤਲਬ ਕਿ 1000 ਮੇਲਸ ਪਰਸਨ ਦੇ ਪਿੱਛੇ ਕਿੰਨੀਆਂ ਫੀਮੇਲਸ ਨੇ, ਉਹਨਾਂ ਨੂੰ ਕੀ ਕਹਿੰਦੇ ਆ, ਸੈਕਸ ਰੇਸ਼ੋ। ਇਨ ਮੋਸਟ ਆਫ ਦੀ ਨੇਸ਼ਨਸ ਆਫ ਦੀ ਵਰਲਡ ਮੇਲਸ ਆਊਟ ਨੰਬਰਸ ਦੀ ਫੀਮੇਲਸ। ਦੈਟ ਮੀਨਸ ਕਿ ਜ਼ਿਆਦਾਤਰ ਵਰਲਡ ਦੇ ਨੇਸ਼ਨ ਦੇ ਵਿੱਚ ਮੇਲਸ ਐਜ਼ ਕੰਪੇਅਰ ਟੂ ਫੀਮੇਲਸ ਨਾਲੋਂ ਜ਼ਿਆਦਾ ਆ। ਸੈਕਸ ਰੇਸ਼ੋ ਇਨ ਦੀ ਵਰਲਡ ਇਜ਼ 984 ਫੀਮੇਲਸ ਟੂ 1000 ਮੇਲਸ। ਅਕੋਰਡਿੰਗ ਟੂ 2011 ਸੈਂਸਸ, 2011 ਦੇ ਸੈਂਸਸ ਦੇ ਅਕੋਰਡਿੰਗ ਇੰਡੀਆ ਦੇ ਵਿੱਚ ਕੀ ਆ, 940 ਫੀਮੇਲਸ ਆ 1000 ਮੇਲਸ ਦੇ ਪਿੱਛੇ, ਮਤਲਬ ਕਿ ਫੀਮੇਲਸ ਘੱਟ ਆ, ਮੇਲਸ ਦੀ ਨੰਬਰ ਜ਼ਿਆਦਾ ਹੈ। ਇਟ ਹੈਜ਼ ਚੇਂਜਡ ਫਰੋਮ ਸੈਂਸਸ ਟੂ ਸੈਂਸਸ ਐਜ਼ ਸ਼ੋਨ ਇਨ ਟੇਬਲ 9। 1901 ਦੇ ਵਿੱਚ ਨੰਬਰ ਆਫ ਵੀਮਨ ਕਿੰਨੀ ਸੀ, 1972 ਸੀ। ਠੀਕ ਹੈ, 1951 ਦੇ ਵਿੱਚ 946 ਸੀ, ਘੱਟ ਗਏ। 1961 ਵਿੱਚ 941, 1971 ਵਿੱਚ 930 ਸੀ, 1981 ਦੇ ਵਿੱਚ 934, 1991 ਵਿੱਚ 927 ਸੀ। 2001 ਦੇ ਵਿੱਚ ਨੰਬਰ ਆਫ ਵੀਮਨਸ ਕਿੰਨੀਆਂ ਸੀ ਪਰ 1000 ਮੈਨ ਪਿੱਛੇ, 933 ਐਂਡ 2011 ਵਿੱਚ 940। ਇੰਡੀਆ ਵਿੱਚ 2011 ਦੇ ਸੈਂਸਸ ਦੇ ਅਕੋਰਡਿੰਗ ਜਿਹੜੀ ਸੈਕਸ ਰੇਸ਼ੋ ਸੀ ਉਹ 940 ਸੀ ਪਰ 1000 ਮੇਲਸ ਦੇ ਪਿੱਛੇ। ਵੇਅਰ ਇਜ਼ ਇਨ ਰਸ਼ੀਆ ਵਿੱਚ ਸੀ 1167, ਬ੍ਰਾਜ਼ੀਲ ਵਿੱਚ ਸੀ 1042, ਜਾਪਾਨ ਵਿੱਚ ਸੀ 1055 ਐਂਡ USA ਵਿੱਚ 1025, ਚਾਈਨਾ ਵਿੱਚ 926 ਸੀ। ਇੰਡੀਆ ਵਿੱਚ ਸਿਰਫ ਕੇਰਲਾ ਹੀ ਇੱਕ ਇੱਦਾਂ ਦਾ ਸਟੇਟ ਆ ਜਿੱਥੇ ਨੰਬਰ ਆਫ ਫੀਮੇਲਸ ਆ ਮੋਰ ਦੈਨ ਆ ਨੰਬਰ ਆਫ ਮੇਲਸ ਦੇ ਨਾਲੋਂ। ਇਸ ਸਟੇਟ ਦੇ ਵਿੱਚ ਜਿਹੜੀ ਫੀਮੇਲਸ ਸੀਗੀਆਂ ਉਹ ਸੀਗੀਆਂ 1084 ਫੀਮੇਲਸ ਟੂ 1000 ਮੇਲਸ, ਦੈਟ ਮੀਨਸ ਨੰਬਰ ਆਫ ਫੀਮੇਲਸ ਕੇਰਲਾ ਸਟੇਟਸ ਦੇ ਵਿੱਚ ਜ਼ਿਆਦਾ ਆ ਮੇਲਸ ਦੇ ਨਾਲੋਂ। ਸੈਕਸ ਰੇਸ਼ੋ ਸਭ ਤੋਂ ਜ਼ਿਆਦਾ ਮਿਨੀਮਮ ਯੂਨੀਅਨ ਟੈਰੀਟਰੀ ਦੇ ਵਿੱਚ ਆ, ਦਮਨ ਐਂਡ ਦਿਊ ਦੇ ਵਿੱਚ 618 ਫੀਮੇਲਸ
ਪਰ 1000 ਮੇਲਸ। ਪੰਜਾਬ ਦੇ ਵਿੱਚ ਹੈਗੀ ਆ 893 ਫੀਮੇਲਸ ਟੂ 1000 ਮੇਲਸ। ਹਰਿਆਣਾ ਵਿੱਚ ਹੈਗੀ 879 ਫੀਮੇਲਸ ਟੂ 1000 ਮੇਲਸ। ਇਨ ਦਿੱਲੀ 866 ਫੀਮੇਲਸ ਟੂ 1000 ਮੇਲਸ, and in Rajasthan 926, and in Himachal Pradesh 974 females to 1000 males. Next is literacy. Any person above the age of 7 years who can read and write in any language is treated as literate. कोई भी पर्सन 7 ਸਾਲ ਤੋਂ ਉੱਪਰ 7 ਸਾਲ ਦੇ ਉੱਪਰ ਜੋ ਕਿ ਪੜ੍ਹ ਵੀ ਸਕਦਾ ਅਤੇ ਲਿਖ ਵੀ ਸਕਦਾ ਕਿਸੇ ਵੀ ਲੈਂਗੁਏਜ ਦੇ ਵਿੱਚ, ਉਸਨੂੰ ਕੀ ਐਜ਼ ਏ ਲਿਟਰੇਟ ਪਰਸਨ ਦੀ ਤਰ੍ਹਾਂ ਟਰੀਟ ਕੀਤਾ ਜਾਂਦਾ ਹੈ। ਅਕੋਰਡਿੰਗ ਟੂ ਦੀ ਸੈਂਸਸ ਆਫ 2011 the rate of literacy in India is 74.04%. 2011 ਦੇ ਸੈਂਸਸ ਦੇ ਅਕੋਰਡਿੰਗ ਇੰਡੀਆ ਦੇ ਵਿੱਚ ਜਿਹੜੀ ਲਿਟਰੇਸੀ ਰੇਟ ਆ 74.04% ਆ, ਐਂਡ ਮੇਲ ਲਿਟਰੇਸੀ ਰੇਟ ਕਿੰਨੀ ਹੈ ਇੰਡੀਆ ਦੇ ਵਿੱਚ 82.14% ਆ, ਐਂਡ ਫੀਮੇਲ ਲਿਟਰੇਸੀ ਰੇਟ ਇਜ਼ 65.46% ਆ। ਕੇਰਲਾ ਦੇ ਵਿੱਚ ਹਾਈਐਸਟ ਲਿਟਰੇਸੀ ਰੇਟ ਆ, ਇਸ ਦੇ ਵਿੱਚ 93.9% ਜਿਹੜੀ ਪੋਪੂਲੇਸ਼ਨ ਆ ਲਿਟਰੇਟ ਆ, ਐਂਡ ਬਟ ਬਿਹਾਰ ਦੇ ਵਿੱਚ ਜਿਹੜੀ ਲਿਟਰੇਸੀ ਰੇਟ ਆ ਬਹੁਤ ਘੱਟ ਆ, ਦੈਟ ਇਜ਼ 63.8%। ਕੇਰਲਾ ਦੇ ਵਿੱਚ ਜਿਹੜੀ ਫੀਮੇਲ ਲਿਟਰੇਸੀ ਰੇਟ ਉਹ ਵੀ ਸਭ ਤੋਂ ਜ਼ਿਆਦਾ ਹਾਈਐਸਟ ਆ, ਉਹ ਕਿੰਨੀ ਆ 92%, ਐਂਡ ਦਾ ਲੋਐਸਟ ਫੀਮੇਲ ਲਿਟਰੇਸੀ ਰੇਟ ਕਿੱਥੇ ਸਭ ਤੋਂ ਜ਼ਿਆਦਾ ਰਾਜਸਥਾਨ ਵਿੱਚ ਆ, ਉਹ ਸਿਰਫ ਕਿੰਨੀ ਆ 52.7%। ਪੰਜਾਬ ਦੇ ਵਿੱਚ ਫੀਮੇਲ ਲਿਟਰੇਸੀ ਰੇਟ ਹੈਗੀ ਹੈ 71.3%, ਐਂਡ ਹਰਿਆਣਾ ਦੇ ਵਿੱਚ ਹੈਗੀ ਹੈ 66.8%, ਐਂਡ ਇਨ ਹਿਮਾਚਲ ਇਟ ਇਜ਼ 76.6%, ਐਂਡ ਝਾਰਖੰਡ ਦੇ ਵਿੱਚ ਸਿਰਫ 56.2% ਹੈ। Next is occupational structure of population. Economists divide all occupation into 3 sectors: primary sector, secondary sector, and tertiary sector. First is primary sector. It includes such economic activities as are related to agriculture, animal husbandry, forestry and fisheries etc. ਇਹ ਸਾਰੇ ਸੈਕਟਰਸ ਨੂੰ ਇਹ ਸਾਰੀ ਐਕਟੀਵਿਟੀਜ਼ ਨੂੰ ਪ੍ਰਾਇਮਰੀ ਸੈਕਟਰ ਵਿੱਚ ਇਨਕਲੂਡ ਕੀਤਾ ਜਾਂਦਾ ਆ। In all countries in the initial stage of economic development, primary occupation remain dominant. ਹਰ ਇੱਕ ਕੰਟਰੀ ਦੀ ਇਨੀਸ਼ੀਅਲ ਸਟੇਜ ਦੇ ਵਿੱਚ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਜਿਹੜਾ ਪ੍ਰਾਇਮਰੀ ਓਕੂਪੇਸ਼ਨ ਦਾ ਉਸਦਾ ਜ਼ਿਆਦਾ ਡੋਮੀਨੈਂਟ ਹੁੰਦਾ ਉਸ ਟਾਈਮ, ਬਟ ਜਦੋਂ ਕੰਟਰੀ ਇਕਨੋਮਿਕ ਡਿਵੈਲਪਮੈਂਟ ਕਰਦੀ ਆ ਉਸ ਟਾਈਮ ਜਿਵੇਂ ਜਿਵੇਂ ਡਿਵੈਲਪ ਕਰਦੀ ਜਾਂਦੀ ਜਿਹੜਾ ਪ੍ਰਾਇਮਰੀ ਸੈਕਟਰ ਦਾ ਆ ਉਹਦਾ ਜਿਹੜਾ ਨੈਸ਼ਨਲ ਇਨਕਮ ਦੇ ਵਿੱਚ ਸ਼ੇਅਰ ਹੁੰਦਾ ਆ ਉਹ ਹੌਲੀ ਹੌਲੀ ਡਿਕਰੀਜ਼ ਕਰਦਾ ਜਾਂਦਾ ਆ। ਉਹ ਕੰਟਰੀਜ਼ ਜਿਨ੍ਹਾਂ ਦੀ ਨੈਸ਼ਨਲ ਇਨਕਮ ਦੇ ਵਿੱਚ ਹਜੇ ਵੀ ਪ੍ਰਾਇਮਰੀ ਸੈਕਟਰ ਦਾ ਸ਼ੇਅਰ ਜ਼ਿਆਦਾ ਆ, ਉਹਨਾਂ ਦੀ ਜਿਨ੍ਹਾਂ ਦੀ ਜ਼ਿਆਦਾ ਪੋਪੂਲੇਸ਼ਨ ਪ੍ਰਾਇਮਰੀ ਸੈਕਟਰ ਦੇ ਵਿੱਚ ਅੰਗੇਜ ਰਹਿੰਦੀ ਆ, ਉਹਨਾਂ ਕੰਟਰੀ ਨੂੰ ਅੰਡਰ ਡਿਵੈਲਪਡ ਕੰਟਰੀਜ਼ ਕਿਹਾ ਜਾਂਦਾ ਹੈ। ਨੈਕਸਟ ਇਜ਼ ਸੈਕੰਡਰੀ ਸੈਕਟਰ. Secondary sector includes manufacturing industries, village and small scale industries etc. Primary sector, the output of primary sector is used as input in many industries. Many industries ਦੇ ਵਿੱਚ ਜਿਹੜਾ ਪ੍ਰਾਇਮਰੀ ਸੈਕਟਰ ਦਾ ਆਊਟਪੁੱਟ ਹੁੰਦਾ ਉਹਨੂੰ ਐਜ਼ ਏ ਰॉ ਮਟੀਰੀਅਲ ਦੇ ਰੂਪ ਵਿੱਚ ਯੂਜ਼ ਕੀਤਾ ਜਾਂਦਾ ਆ। ਡਿਵੈਲਪ ਨੇਸ਼ਨ ਦੇ ਵਿੱਚ ਜਿਹੜੀਆਂ ਆ ਜਿਹੜੇ ਲੋਕੀ ਮੋਰ ਪੀਪਲ ਗੈਟ ਐਮਪਲੋਇਮੈਂਟ ਇਨ ਸੈਕੰਡਰੀ ਸੈਕਟਰ ਇਨ ਕੰਪੈਰੀਜ਼ਨ ਟੂ ਪ੍ਰਾਇਮਰੀ ਸੈਕਟਰ। ਡਿਵੈਲਪ ਨੇਸ਼ਨ ਦੇ ਵਿੱਚ ਜਿਹੜੇ ਲੋਕੀ ਜ਼ਿਆਦਾਤਰ ਐਮਪਲੋਇਮੈਂਟ ਕਿੱਥੇ ਮਿਲਦਾ ਉਹਨਾਂ ਨੂੰ ਸੈਕੰਡਰੀ ਸੈਕਟਰ ਵਿੱਚ ਮਿਲਦਾ ਐਜ਼ ਕੰਪੇਅਰ ਟੂ ਪ੍ਰਾਇਮਰੀ ਸੈਕਟਰ ਨਾਲੋਂ। ਦਿਸ ਸੈਕਟਰ ਇਜ਼ ਲੈਸ ਡਿਵੈਲਪਡ ਇਨ ਅੰਡਰ ਡਿਵੈਲਪਡ ਕੰਟਰੀਜ਼। ਜਿਹੜੀ ਅੰਡਰ ਡਿਵੈਲਪਡ ਕੰਟਰੀਜ਼ ਆ ਉਹਨਾਂ ਦੇ ਵਿੱਚ ਜਿਹੜਾ ਸੈਕੰਡਰੀ ਸੈਕਟਰ ਆ ਉਹ ਬਹੁਤ ਜ਼ਿਆਦਾ ਡਿਵੈਲਪ ਨਹੀਂ ਹੈਗਾ। ਨੈਕਸਟ ਇਜ਼ ਟਰਸ਼ਰੀ ਸੈਕਟਰ. ਇਟ ਇਜ਼ ਆਲਸੋ ਰੈਫਰ ਟੂ ਐਜ਼ ਸਰਵਿਸ ਸੈਕਟਰ। ਟਰਸ਼ਰੀ ਸੈਕਟਰ ਨੂੰ ਸਰਵਿਸ ਸੈਕਟਰ ਵੀ ਕਿਹਾ ਜਾਂਦਾ ਹੈ। ਇਟ ਇਨਕਲੂਡਸ ਟ੍ਰੇਡ, ਟਰਾਂਸਪੋਰਟ, ਕਮਿਊਨੀਕੇਸ਼ਨ, ਬੈਂਕਿੰਗ, ਇੰਸ਼ੋਰੈਂਸ ਐਕਸੈਟਰਾ। ਇਸ ਸੈਕਟਰ ਦੇ ਵਿੱਚ ਜਿਹੜੀ ਲੇਬਰ ਦੀ ਪ੍ਰੋਡਕਟੀਵਿਟੀ ਆ ਐਂਡ ਇਨਕਮ ਆ ਉਹ ਕੀ ਆ ਮੋਰ ਦੈਨ ਆ ਦੋਨੋਂ ਸੈਕਟਰਸ ਦੇ ਨਾਲੋਂ, ਪ੍ਰਾਇਮਰੀ ਸੈਕਟਰ ਨਾਲੋਂ ਵੀ ਐਂਡ ਸੈਕੰਡਰੀ ਸੈਕਟਰ ਦੇ ਨਾਲੋਂ। ਅਗਰ ਇਸ ਸੈਕਟਰ ਦੀ ਗਰੋਥ ਜ਼ਿਆਦਾ ਹੁੰਦੀ ਹੈ, ਡਿਵੈਲਪਮੈਂਟ ਜ਼ਿਆਦਾ ਹੁੰਦੀ ਹੈ, ਦੈਟ ਮੀਨਸ ਕਿ ਉਸ ਨੇਸ਼ਨ ਦੀ ਇਕਨੋਮਿਕ ਡਿਵੈਲਪਮੈਂਟ ਵੀ ਜ਼ਿਆਦਾ ਹੋਏਗੀ।
In India, service sector is growing faster than the other economic sectors, and it and is a dominant source of quality employment. That means कि इंडिया ਦੇ ਵਿੱਚ ਜਿਹੜਾ ਸਰਵਿਸ ਸੈਕਟਰ ਦੀ ਹੁਣ ਗਰੋਥ ਆ ਉਹ ਬਹੁਤ ਜ਼ਿਆਦਾ ਫਾਸਟਰ ਆ ਉਹਨਾਂ ਦੋਨੋਂ ਸੈਕਟਰਸ ਦੇ ਕੰਪੈरेटिवली, ਪ੍ਰਾਇਮਰੀ ਸੈਕਟਰ ਐਂਡ ਸੈਕੰਡਰੀ ਸੈਕਟਰ ਦੇ ਕੰਪੈरेटिवली। ਅਕੋਰਡਿੰਗ ਟੂ ਕੌਲਿਨ ਕਲਾਰਕ ਕਿ ਅਗਰ ਕਿਸੇ ਕੰਟਰੀ ਦੀ ਜ਼ਿਆਦਾਤਰ ਪੋਪੂਲੇਸ਼ਨ ਸੈਕੰਡਰੀ ਐਂਡ ਟਰਸ਼ਰੀ ਸੈਕਟਰ ਦੇ ਵਿੱਚ ਅੰਗੇਜਡ ਹੁੰਦੀ ਆ ਕੰਮ ਕਰਨ ਦੇ ਲਈ ਇੰਸਟੈਡ ਆਫ ਪ੍ਰਾਇਮਰੀ ਸੈਕਟਰ ਇਜ਼ ਐਨ ਇੰਡੈਕਸ ਆਫ ਇਕਨੋਮਿਕ ਡਿਵੈਲਪਮੈਂਟ। ਉਸ ਤੋਂ ਕੀ ਸ਼ੋ ਹੁੰਦਾ ਕਿ ਉਹ ਇਕਨੋਮਿਕ ਡਿਵੈਲਪਮੈਂਟ ਉਸਦੀ ਇਕਨੋਮਿਕ ਗਰੋਥ ਵੱਲ ਇਨਕਰੀਜ਼ ਕਰ ਰਹੀ ਹੈ, ਉਸਦੀ ਇਕਨੋਮਿਕ ਡਿਵੈਲਪਮੈਂਟ ਜ਼ਿਆਦਾ ਹੋ ਰਹੀ ਆ। Table 10 show occupational distribution of population in India। 1901 ਦੇ ਵਿੱਚ ਜਿਹੜਾ ਪ੍ਰਾਇਮਰੀ ਸੈਕਟਰ ਵਿੱਚ ਪੋਪੂਲੇਸ਼ਨ 71% ਸੀ, ਸੈਕੰਡਰੀ ਵਿੱਚ 12.6, ਟਰਸ਼ਰੀ ਵਿੱਚ 15.7% ਸੀ। 2015 ਐਂਡ 16 ਦੇ ਵਿੱਚ ਇਨਕਰੀਜ਼ ਹੋ ਕੇ 46.2 ਹੋ ਗਈ ਐਂਡ ਸੈਕੰਡਰੀ ਦੇ ਵਿੱਚ 2015 ਐਂਡ 16 ਦੇ ਵਿੱਚ ਪ੍ਰਾਇਮਰੀ ਸੈਕਟਰ ਦੇ ਵਿੱਚ ਜਿਹੜੀ ਪੋਪੂਲੇਸ਼ਨ ਸੀ ਪ੍ਰਾਇਮਰੀ ਸੈਕਟਰ ਵਿੱਚ ਜਿਹੜੇ ਅੰਗੇਜ ਸੀ ਉਹ ਡਿਕਲਾਈਨ ਹੋ ਕੇ 46.2 ਹੋ ਗਿਆ ਐਂਡ ਸੈਕੰਡਰੀ ਸੈਕਟਰ ਵਿੱਚ ਇਨਕਰੀਜ਼ ਹੋ ਕੇ 21.8 ਹੋ ਗਿਆ ਐਂਡ ਟਰਸ਼ਰੀ ਸੈਕਟਰ ਵਿੱਚ ਵੀ ਇਨਕਰੀਜ਼ ਹੋ ਕੇ 32.0% ਹੋ ਗਏ। ਨੈਕਸਟ following inferences can be drawn regarding occupational distribution of population in India। First point is agriculture is the main occupation। ਇੰਡੀਆ ਦੇ ਵਿੱਚ ਜਿਹੜਾ ਐਗਰੀਕਲਚਰ ਇੱਕ ਮੇਨ ਓਕੂਪੇਸ਼ਨ ਆ ਪੋਪੂਲੇਸ਼ਨ ਦਾ। ਇੰਡੀਆ ਦੇ ਵਿੱਚ ਜਿਹੜੀ 46.2% ਆਫ ਪੋਪੂਲੇਸ਼ਨ ਆ ਉਹ ਐਗਰੀਕਲਚਰ ਦੇ ਵਿੱਚ ਅੰਗੇਜਡ ਆ। 2015 ਐਂਡ 16 ਦੇ ਟਾਈਮ ਵੀ ਜਿਹੜੀ 46.2% ਪੋਪੂਲੇਸ਼ਨ ਆ ਉਹ ਐਗਰੀਕਲਚਰ ਸੈਕਟਰ ਵਿੱਚ ਅੰਗੇਜਡ ਆ। ਬਟ 1901 ਦੇ ਵਿੱਚ ਜਿਹੜੀ ਪੋਪੂਲੇਸ਼ਨ ਸੀ ਉਹ ਕਿੰਨੀ ਸੀ 71.7 ਜਿਹੜੀ ਕਿ ਐਗਰੀਕਲਚਰ ਸੈਕਟਰ ਦੇ ਵਿੱਚ ਕੰਮ ਕਰਦੀ ਸੀ, ਜੋ ਕਿ ਹੁਣ ਘੱਟ ਹੋ ਕੇ 46.2% ਰਹਿ ਗਈ। In other countries of the world, percentage of population living on agriculture is much less than in India। Other nation ਦੇ comparatively ਇੰਡੀਆ ਦੇ ਵਿੱਚ ਜਿਹੜੀ population ਐਗਰੀਕਲਚਰ ਸੈਕਟਰ 'ਤੇ ਜ਼ਿਆਦਾ ਡਿਪੈਂਡੈਂਟ ਆ। UK ਵਿੱਚ ਜਸਟ 1.3% ਆ ਐਂਡ USA ਵਿੱਚ ਜਸਟ 0.7% ਆ। ਜਰਮਨੀ ਵਿੱਚ 3% ਆਫ ਪੋਪੂਲੇਸ਼ਨ ਐਗਰੀਕਲਚਰ ਸੈਕਟਰ ਦੇ ਵਿੱਚ ਅੰਗੇਜਡ ਆ। ਇੰਡੀਆ ਦੇ ਵਿੱਚ ਜਿਹੜੀ ਪੋਪੂਲੇਸ਼ਨ ਆ ਉਹ ਰੈਪਿਡਲੀ ਇਨਕਰੀਜ਼ ਕਰ ਰਹੀ ਹੈ। ਐਜ਼ ਏ ਰਿਜ਼ਲਟ ਜਿਹੜੀ ਪਰ ਕੈਪੀਟਾ ਅਵੇਲੇਬਿਲਿਟੀ ਆਫ ਲੈਂਡ ਆ ਉਹ ਡਿਕਲਾਈਨ ਹੁੰਦੀ ਜਾ ਰਹੀ ਆ, ਜਿਸ ਕਾਰਨ ਜਿਹੜੀ ਵਿਲੇਜ ਦੇ ਜਾਂ ਰੂਰਲ ਏਰੀਆ ਦੇ ਵਿੱਚ ਡਿਸਇੰਗੁਇਸ਼ਡ ਐਮਪਲੋਇਮੈਂਟ ਇਨਕਰੀਜ਼ ਹੁੰਦਾ ਜਾ ਰਿਹਾ। ਨੈਕਸਟ ਇਜ਼ ਲੈਸ ਡਿਵੈਲਪਮੈਂਟ ਆਫ ਇੰਡਸਟਰੀਜ਼। ਇੰਡੀਆ ਦੇ ਵਿੱਚ ਜਿਹੜੀ 21.8% ਆਫ ਪੋਪੂਲੇਸ਼ਨ ਆ ਉਹਨੂੰ ਮੈਨੂਫੈਕਚਰਿੰਗ ਇੰਡਸਟਰੀ ਦੇ ਉੱਪਰ ਡਿਪੈਂਡ ਕਰਦੀ ਆ। On the other hand, Germany with 33%, China with 28.8% and in Japan 26.2% of population ਆ ਉਹ ਕੀ ਆ secondary sector ਵਿੱਚ engaged ਆ। It proves that India is a industrially backward। Next is less development of tertiary activities। tertiary activities like services ਹੋ ਗਈ, telecommunications ਹੋ ਗਿਆ, courier, transport etc। ਇਹਨਾਂ ਦਾ ਇੰਡੀਆ ਵਿੱਚ ਜ਼ਿਆਦਾ ਡਿਵੈਲਪਮੈਂਟ ਨਹੀਂ ਹੋਈ ਹੈਗੀ। ਜੇਕਰ ਇਨਕਰੀਜ਼ ਇਨ ਦੀ ਪ੍ਰਪੋਰਸ਼ਨ ਆਫ ਟਰਸ਼ਰੀ ਐਕਟੀਵਿਟੀਜ਼ ਇਨ ਇੰਡੈਕਸ ਆਫ ਇਕਨੋਮਿਕ ਡਿਵੈਲਪਮੈਂਟ, ਅਗਰ ਟਰਸ਼ਰੀ ਸੈਕਟਰ ਦੀ ਐਕਟੀਵਿਟੀਜ਼ ਜ਼ਿਆਦਾ ਹੋਣਗੀ ਉਸ ਤੋਂ ਕੀ ਸ਼ੋ ਹੁੰਦਾ ਕਿ ਕਿਸੇ ਨੇਸ਼ਨ ਦੀ ਇਕਨੋਮਿਕ ਡਿਵੈਲਪਮੈਂਟ ਜ਼ਿਆਦਾ ਹੋ ਰਹੀ ਆ। ਪਰ ਕੈਪੀਟਾ ਪ੍ਰੋਡਕਟਿਵਿਟੀ ਆਫ ਦਿਸ activities is 4 times more than per capita productivity of primary sector activities। ਮਤਲਬ ਕਿ ਪ੍ਰਾਇਮਰੀ ਸੈਕਟਰ ਦੀ ਜਿੰਨੀ ਪ੍ਰੋਡਕਟਿਵਿਟੀ ਆ ਟਰਸ਼ਰੀ ਸੈਕਟਰ ਦੀ ਪ੍ਰੋਡਕਟਿਵਿਟੀ ਉਸ ਤੋਂ 4 ਟਾਈਮਸ ਜ਼ਿਆਦਾ ਆ। ਜਿਹੜੀ ਇੰਡੀਆ ਵਿੱਚ ਆ ਜਸਟ 32% ਆਫ ਜਿਹੜੀ ਪੋਪੂਲੇਸ਼ਨ ਉਹ ਟਰਸ਼ਰੀ ਸੈਕਟਰ ਵਿੱਚ ਅੰਗੇਜਡ ਆ, ਜਦਕਿ ਅਮਰੀਕਾ ਵਿੱਚ 79% ਐਂਡ ਇੰਗਲੈਂਡ ਵਿੱਚ 83% ਐਂਡ ਫਰਾਂਸ ਵਿੱਚ 72% ਐਂਡ ਜਾਪਾਨ ਦੇ ਵਿੱਚ 71% ਆਫ ਜਿਹੜੀ ਪੋਪੂਲੇਸ਼ਨ ਆ ਟਰਸ਼ਰੀ ਸੈਕਟਰ ਵਿੱਚ ਅੰਗੇਜਡ ਆ। ਨੈਕਸਟ ਇਜ਼ ਇੰਬੈਲੈਂਸਡ। ਅਬਵ ਟੇਬਲ ਤੋਂ ਇਹ ਸ਼ੋ ਹੋ ਰਿਹਾ ਕਿ ਜਿਹੜੀ ਇੰਡੀਆ ਦੇ ਵਿੱਚ ਇੰਡੀਅਨ ਇਕੋਨਮੀ ਆ ਇੱਕ ਹਾਈਲੀ ਇੰਬੈਲੈਂਸਡ ਇਕੋਨਮੀ ਆ। ਜਿਹੜੀਆਂ ਇੰਡੀਆ ਦੇ ਵਿੱਚ ਆਲ ਦਾ ਪ੍ਰੋਡਕਸ਼ਨ ਐਕਟੀਵਿਟੀਜ਼ ਆ ਉਹ ਇਕੁਅਲੀ ਡਿਵੈਲਪਡ ਨਹੀਂ ਹੈਗੀ। ਐਗਰੀਕਲਚਰ ਦੇ ਉੱਪਰ ਟੂ ਮੱਚ ਡਿਪੈਂਡੈਂਸ ਆ ਲੋਕਾਂ ਦੀ।
ਜਿਸ ਤੋਂ ਕਿ ਦੈਟ ਮੀਨਸ ਐਗਰੀਕਲਚਰ ਦੇ ਉੱਤੇ ਬਹੁਤ ਜ਼ਿਆਦਾ ਬਰਡਨ ਆ ਪਾਪੂਲੇਸ਼ਨ ਦਾ। ਇੰਡਸਟਰੀਅਲ ਅਤੇ ਟਰਸ਼ਰੀ ਸੈਕਟਰ ਇੰਨੇ ਜ਼ਿਆਦਾ ਡਿਵੈਲਪਡ ਨਹੀਂ ਹੋਏ ਹੈਗੇ, ਜਿਸ ਕਾਰਨ ਜਿਹੜੀ ਇੰਡੀਅਨ ਇਕੋਨਮੀ ਇੱਕ ਬੈਕਵਰਡ ਇਕੋਨਮੀ ਆ। ਨੈਕਸਟ ਇਜ਼ ਨੋ ਸਪੈਸ਼ਲ ਚੇਂਜ ਇਨ ਓਕੂਪੇਸ਼ਨਲ ਡਿਸਟ੍ਰੀਬਿਊਸ਼ਨ। A study of occupational structure of India reveals that despite increase in industrial production, there has not been any significant change in occupational distribution. That means कि इंडिया ਦੇ ਵਿੱਚ ਇੰਡਸਟਰੀਅਲ ਪ੍ਰੋਡਕਸ਼ਨ ਦੇ ਇਨਕਰੀਜ਼ ਹੋਣ ਦੇ ਬਾਵਜੂਦ ਵੀ ਜਿਹੜੇ ਇੰਡੀਆ ਦੇ ਓਕੂਪੇਸ਼ਨਲ ਡਿਸਟ੍ਰੀਬਿਊਸ਼ਨ ਦੇ ਵਿੱਚ ਇੰਨਾ ਜ਼ਿਆਦਾ ਚੇਂਜ ਨਹੀਂ ਆਇਆ। ਹਜੇ ਵੀ ਇੰਡੀਆ ਦੇ ਵਿੱਚ ਜਿਹੜੀ ਜ਼ਿਆਦਾਤਰ ਪੋਪੂਲੇਸ਼ਨ ਆ ਪ੍ਰਾਇਮਰੀ ਸੈਕਟਰ ਦੈਟ ਮੀਨਸ ਕਿ ਐਗਰੀਕਲਚਰ ਦੇ ਉੱਪਰ ਹੀ ਬਹੁਤ ਜ਼ਿਆਦਾ ਡਿਪੈਂਡ ਕਰਦੀ ਆ। ਅਗਰ ਇੰਡੀਆ ਪਾਵਰਟੀ ਐਂਡ ਅਨਐਮਪਲੋਇਮੈਂਟ ਵਾਲੀ ਪ੍ਰੋਬਲਮਸ ਨਾਲ ਟੈਕਲ ਕਰਨਾ ਚਾਹੁੰਦੀ ਆ ਤਾਂ ਉਸਨੂੰ ਕੀ ਇੱਕ ਚੇਂਜ ਕਰਨਾ ਚਾਹੀਦਾ ਆਪਣੇ ਇਸ ਓਕੂਪੇਸ਼ਨਲ ਸਟਰਕਚਰ ਦੇ ਵਿੱਚ। ਇੰਡੀਆ ਦੇ ਵਿੱਚ ਓਕੂਪੇਸ਼ਨਲ ਸਟਰਕਚਰ ਨੂੰ ਚੇਂਜ ਕਰਨ ਦੇ ਲਈ ਗਵਰਨਮੈਂਟ ਨੂੰ ਇਸ ਤਰ੍ਹਾਂ ਦੀ ਪੋਲਿਸੀਜ਼ ਅਡੋਪਟ ਕਰਨੀ ਚਾਹੀਦੀ ਹੈ ਕਿ ਉਸਨੂੰ ਗਵਰਨਮੈਂਟ ਨੂੰ ਲਾਈਕ ਕਾਟੇਜ ਇੰਡਸਟਰੀਜ਼ ਹੋ ਗਿਆ ਸਮੋਲ ਸਕੇਲ ਵਾਲੀਆਂ, ਟਰਾਂਸਪੋਰਟ, ਬੈਂਕਿੰਗ, ਟਰੇਡ ਐਕਸੈਕਟਰਾ, ਇਹਨਾਂ ਦਾ ਡਿਵੈਲਪਮੈਂਟ ਕਰਨੀ ਚਾਹੀਦੀ ਆ। ਇੰਬੈਲੈਂਸ ਨੂੰ ਕਰੈਕਟ ਕਰਨ ਦੇ ਲਈ ਓਕੂਪੇਸ਼ਨਲ ਸਟਰਕਚਰ ਦੇ ਸਮਾਲ ਐਂਡ ਮੀਡੀਅਮ ਸਾਈਜ਼ ਇੰਡਸਟਰੀਜ਼ ਆ ਉਹਨਾਂ ਨੂੰ ਡਿਵੈਲਪ ਕਰਨਾ ਚਾਹੀਦਾ ਕੰਟਰੀਜ਼ ਦੇ ਵਿੱਚ। ਸਪੈਸ਼ਲੀ ਇੰਡੀਆ ਜਿਹੜੀਆਂ ਇੰਡਸਟਰੀਜ਼ ਆ ਉਹਨਾਂ ਨੂੰ ਰੂਰਲ ਏਰੀਆ ਦੇ ਵਿੱਚ ਸੈਟਅਪ ਕਰਨਾ ਚਾਹੀਦਾ ਐਂਡ ਜਿਸ ਦੇ ਕਾਰਨ ਇੰਡਸਟਰੀਜ਼ ਦੇ ਵਿੱਚ ਲੋਕਾਂ ਨੂੰ ਲਾਰਜ ਨੰਬਰ ਆਫ ਲੇਬਰਸ ਨੂੰ ਐਮਪਲੋਇਮੈਂਟ ਮਿਲੇਗਾ। ਜਿਹੜੇ ਫਿਊਚਰ ਦੇ ਵਿੱਚ ਜਿਹੜੇ ਯੂਥ ਨੂੰ ਆ ਜੋਬਸ ਸਰਚ ਕਰਨੀ ਚਾਹੀਦੀ ਹੈ ਮੈਨੂਫੈਕਚਰਿੰਗ ਇੰਡਸਟਰੀਜ਼ ਐਂਡ ਸਰਵਿਸ ਸੈਕਟਰ ਦੇ ਵਿੱਚ ਦੈਟ ਇਜ਼ ਲਾਈਕ ਟਰਾਂਸਪੋਰਟ ਹੋ ਗਿਆ, ਟੈਲੀ ਕਮਿਊਨੀਕੇਸ਼ਨਸ, ਕੰਪਿਊਟਰ ਸਰਵਿਸਿਜ਼ ਹੋ ਗਿਆ, ਔਰਗਨਾਈਜ਼ਡ ਰਿਟੇਲਿੰਗ, ਟੂਰਿਜ਼ਮ, ਫੂਡ ਪ੍ਰੋਸੈਸਿੰਗ, ਪੈਟਰੋਲ ਪੰਪ, ਹੋਟਲ, ਟੈਕਸੀ ਸਰਵਿਸ, ਰਿਟੇਲਿੰਗ ਐਕਸੈਕਟਰਾ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਅਗਰ ਯੂਥ ਐਮਪਲੋਇਮੈਂਟ ਕਰੇਗੀ ਉਸ ਨਾਲ ਉਹਨਾਂ ਦਾ ਇਨਕਮ ਸੋਰਸ ਵੀ ਜ਼ਿਆਦਾ ਵਧੀਆ ਹੋਵੇਗਾ, ਜਿਸ ਕਾਰਨ ਜਿਹੜਾ ਕੰਟਰੀ ਦਾ ਓਕੂਪੇਸ਼ਨਲ ਸਟਰਕਚਰ ਦੇ ਵਿੱਚ ਚੇਂਜ ਆਏਗਾ, ਜਿਸ ਨਾਲ ਇਕਨੋਮਿਕ ਗਰੋਥ ਐਂਡ ਇਕਨੋਮਿਕ ਡਿਵੈਲਪਮੈਂਟ ਵੀ ਜ਼ਿਆਦਾ ਹੋਏਗੀ। ਇਸ ਤਰ੍ਹਾਂ ਜਦੋਂ ਇੰਡੀਆ ਦੀ ਜ਼ਿਆਦਾਤਰ ਪਾਪੂਲੇਸ਼ਨ ਸੈਕੰਡਰੀ ਐਂਡ ਟਰਸ਼ਰੀ ਸੈਕਟਰ ਦੇ ਵਿੱਚ ਅੰਗੇਜਡ ਹੋਏਗੀ ਉਸ ਨਾਲ ਕੀ ਹੋਏਗਾ, ਜਿਹੜਾ ਐਗਰੀਕਲਚਰ ਸੈਕਟਰ ਦੇ ਉੱਪਰ ਜਿਹੜਾ ਜ਼ਿਆਦਾ ਬਰਡਨ ਸੀ ਉਹ ਆਟੋਮੈਟਿਕਲੀ ਘੱਟ ਹੋ ਜਾਏਗਾ, ਜਿਸ ਕਾਰਨ ਕਿ ਹਰ ਇੱਕ ਸੈਕਟਰ ਵਿੱਚ ਬੈਲੈਂਸ ਗਰੋਥ ਹੋਏਗੀ, ਡਿਵੈਲਪਮੈਂਟ ਹੋਏਗੀ।